ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਕੇਂਦਰ ਦੇ ਵੱਲੋਂ ਬਣਾਏ ਗਏ ਨਵੇਂ 3 ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਸਿਖਰਾਂ ਤੇ ਹੈ। ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਇਹ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਉਣ ਦੇ ਲਈ। ਅਸੀਂ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਜਦੋਂ ਇਹ 3 ਨਵੇਂ ਖੇਤੀ ਕਾਨੂੰਨ ਨਹੀਂ ਸੀ ਆਏ। ਉਹ ਇੰਟਰਵਿਊ ਕੀਤੀ ਸੀ ਅਸੀਂ ਪੰਜਾਬੀ ਗਾਇਕ ਅਮਰਤ ਚੀਮਾ ਅਤੇ ਸੁੱਖਾ ਕਾਲਵਾ ਜਿਹੜੇ ਗੈਂਗਸਟਰ ਸੀਗਾ ਸੁੱਖਾ ਕਾਲਵਾ ਉਹਦੇ ਸਾਥੀ ਰਹੇ ਆ ਤੇ ਖੁਦ ਵੀ ਉਹ ਸਾਬਕਾ ਗੈਂਗਸਟਰ ਰਹਿ ਚੁੱਕੇ ਨੇ। ਹੁਣ ਵਿਦੇਸ਼ਾਂ ਦੇ ਵਿੱਚ ਉਹ ਰਹਿ ਰਹੇ ਨੇ। ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਜਿਹੀਆਂ ਕਹੀਆਂ ਸੀ ਜਿਹੜੀਆਂ ਹੁਣ ਦੇ ਦੌਰ ਦੇ ਨਾਲ ਜੁੜਦੀਆਂ ਨੇ। ਹਾਲਾਂਕਿ 3 ਨਵੇਂ ਖੇਤੀ ਕਾਨੂੰਨ ਨਹੀਂ ਸੀ ਆਏ ਪਰ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਿਵੇਂ ਸਰਕਾਰਾਂ ਦੇ ਵੱਲੋਂ ਸਾਜ਼ਿਸ਼ ਘੜੀ ਜਾ ਰਹੀ ਹੈ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਲਈ, ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੇ ਲਈ ਕਿਸ ਤਰੀਕੇ ਦੇ ਨਾਲ ਤਿਆਰੀ ਹੋ ਰਹੀ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਉਹਨਾਂ ਨੂੰ ਇਹ ਨਵੇਂ ਖੇਤੀ ਕਾਨੂੰਨਾਂ ਦੇ ਬਾਰੇ ਜਿਸ ਤਰੀਕੇ ਦੇ ਨਾਲ ਜ਼ਮੀਨਾਂ ਹੜੱਪਣ ਦੀ ਖਦਸ਼ਾ ਜਤਾਇਆ ਜਾ ਰਿਹਾ ਕਿਸਾਨਾਂ ਦੇ ਵੱਲੋਂ, ਉਹਨਾਂ ਨੂੰ ਅਹਿਸਾਸ ਕਿਵੇਂ ਹੋ ਗਿਆ ਸੀ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਖੋਹੀਆਂ ਜਾਣਗੀਆਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਅਮਰ ਜੀ ਦਾ। ਅਮਰਤ, ਸਵਾਗਤ ਹੈ ਰੋਜ਼ਾਨਾ ਲੋਕਨਾਦ ਟੀਵੀ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਤ, ਜਿਸ ਤਰੀਕੇ ਦੇ ਨਾਲ ਆਪਾਂ ਕੁਝ ਸਮਾਂ ਪਹਿਲਾਂ ਇੰਟਰਵਿਊ ਕੀਤੀ ਸੀ, ਜੋ ਕੁਝ ਅੱਜ ਦੇ ਹਾਲਾਤ ਬਣੇ ਹੋਏ ਆ ਉਹ ਹਾਲਾਤਾਂ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਲਈ ਸੀ। ਤੁਸੀਂ ਬਹੁਤ ਸਾਰੇ ਕੁਝ ਜਿਹੜੇ ਹੈਗੇ ਖੁਲਾਸੇ ਕੀਤੇ ਸੀ ਉਸ ਟਾਈਮ ਦੇ ਵਿੱਚ ਕਿ ਕਿਵੇਂ ਪੰਜਾਬ ਦੀ ਜਿਹੜੀ ਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਜ਼ਮੀਨਾਂ ਹੜੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਖਿਰ ਤੁਹਾਨੂੰ ਇਹ ਅਹਿਸਾਸ ਕਦੋਂ ਹੋ ਗਿਆ ਸੀ? ਅੱਜ ਪੰਜਾਬ ਦੇ ਬੱਚੇ ਨੂੰ, ਬਜ਼ੁਰਗਾਂ ਨੂੰ, ਜਵਾਨੀ ਨੂੰ ਪੂਰੀ ਨੂੰ ਅਹਿਸਾਸ ਹੋ ਚੁੱਕਿਆ, ਪਰ ਤੁਹਾਨੂੰ ਜਾਂ ਕੁਝ ਹੋਰ ਵੀ ਉਸ ਸਮੇਂ ਦੇ ਵਿੱਚ, ਚਾਹੇ ਉਹ ਬੱਬੂ ਮਾਨ ਹੋਣ, ਚਾਹੇ ਹੋਰ ਵੀ ਬਹੁਤ ਸਾਰੇ ਲੋਕ ਸੀ, ਉਹਨਾਂ ਨੂੰ ਅਹਿਸਾਸ ਹੋ ਗਿਆ ਸੀ। ਕਿਵੇਂ ਅਹਿਸਾਸ ਹੋਇਆ ਕਿ ਜ਼ਮੀਨਾਂ ਹੜੱਪਣ ਦੀ, ਜਵਾਨੀ ਨੂੰ ਜਿਹੜੀ ਹੈਗੀ ਆ ਬਦਨਾਮ ਕਰਨ ਦੀ, ਬਰਬਾਦ ਕਰਨ ਦੀ ਕੋਸ਼ਿਸ਼ ਚੱਲੀ ਜਾ ਰਹੀ ਹੈ ਸਰਕਾਰਾਂ ਦੇ ਵੱਲੋਂ? ਵੇਖੋ ਇਹ ਤਾਂ ਹੈ ਜੀ ਕਿ ਇੱਕ ਨਾ ਜਿਵੇਂ ਕੰਧ ਆ ਸਾਹਮਣੇ, ਕੰਧ 'ਚ ਵੱਜ ਕੇ ਤੇ ਅੰਨੇ ਨੇ ਵੀ ਵਾਪਸ ਮੋੜ ਆਉਣਾ। ਬਿਲਕੁਲ। ਸਿਆਣਪ ਸੁਜਾਖੇ ਬੰਦੇ ਦੀ ਭਾਵ ਅੱਖਾਂ ਵਾਲੇ ਦਾ ਤੇ ਲਾਭ ਤਾਂ ਆ ਉਹਨੂੰ ਅੱਖਾਂ ਲੱਗੀਆਂ ਦਾ ਵੀ ਜੇ ਭੱਜਿਆ ਜਾਂਦਾ ਸਾਹਮਣੇ ਕੰਧ ਵੇਖ ਲਈ ਤੇ ਪਹਿਲਾਂ ਆਪਣਾ ਰਾਹ ਬਦਲ ਜਾਏ ਰੋਕ ਤੇ ਕਿ ਮੈਂ ਵੱਜੂਗਾ ਇਹਦੇ 'ਚ। ਪਰ ਬੜੀ ਦੁਖਦਾਈ ਗੱਲ ਆ ਕਿ ਸਾਡਾ ਜਿਹੜਾ ਪੰਜਾਬੀ, ਸਾਡੀ ਜਿਹੜੀ ਕੌਮ, ਅਸੀਂ ਰਣ ਦੇ ਤੇ ਮਾਹਰ ਆ ਰਣ ਨੂੰ ਜਿੱਤਣ ਦੇ, ਮੈਦਾਨੇ ਜੰਗ 'ਚ ਤੇ ਖੰਡਾ ਖੜਕਾ ਦਿੰਦੇ ਆ, ਪਰ ਸਿਆਸੀ ਤੌਰ ਤੇ ਆਪਾਂ ਉਹ ਨਹੀਂ ਰਹੇ ਜੋ ਆਪਾਂ ਪੁਰਾਤਨ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਂ ਗੁਰੂ ਸਾਹਿਬਾਨਾਂ ਦੇ ਸਮੇਂ ਜਿਵੇਂ ਨੀਤੀਵਾਨ ਸੀ, ਭੂਖ ਸੁੱਤੇ ਸੀ। ਉਦੋਂ ਜਦੋਂ ਲੋਕਾਂ ਨੂੰ ਇਹ ਗੱਲਾਂ ਕਹੀਦੀਆਂ ਸੀ ਤੇ ਲੋਕੀ ਅੱਗੋਂ ਕਹਿੰਦੇ ਹੁੰਦੇ ਸੀ ਅੱਛਾ ਤੈਨੂੰ ਮੋਦੀ ਦੱਸ ਕੇ ਗਿਆ, ਕਿਉਂ ਦੱਸਿਆ ਮੋਦੀ ਨੂੰ ਕਿ ਨਹੀਂ? ਜੇ ਉਦੋਂ ਸਟੈਪਸ ਮੇਜਰਸ ਲਏ ਹੁੰਦੇ ਇੱਥੋਂ ਤੱਕ ਗੱਲ ਹੀ ਨਹੀਂ ਸੀ ਪਹੁੰਚਣੀ। ਇਹ ਚੀਜ਼ਾਂ, ਇਹ ਹਮਲਾ ਕੋਈ ਪਹਿਲਾਂ ਨਹੀਂ, ਹਮਲਾ ਜ਼ਮੀਨਾਂ ਖਾਉਣ ਦਾ ਜਿਹੜਾ ਵਾ ਇਸ ਤੋਂ ਪਹਿਲਾਂ ਇੱਕ ਤੋਂ ਵੱਧ ਸਾਡੇ ਤੇ ਹੋ ਚੁੱਕੇ ਨੇ। ਜਦੋਂ 47 ਦੀ ਵੰਡ ਤੋਂ ਬਾਅਦ ਸਰਪਲਸ ਦੇ ਵਿੱਚ ਲੈ ਕੇ ਸੀਲਿੰਗ ਲਾ ਕੇ ਜ਼ਮੀਨਾਂ ਸਾਡੀਆਂ ਨੱਪੀਆਂ ਗਈਆਂ। ਉਸ ਤੋਂ ਬਾਅਦ ਅੱਜ ਤੋਂ ਕੋਈ 15 ਸਾਲ ਪਹਿਲਾਂ ਚਲੇ ਜਾਓ ਤੇ ਤੁਹਾਨੂੰ ਚੇਤਾ ਆ ਜੂਗਾ ਇਹ ਗੱਲ ਅਕਸਰ ਕਹੀ ਜਾਣ ਲੱਗ ਪਈ ਸੀ ਵੀ ਹੁਣ ਜੱਟਾਂ ਦੇ ਮੁੰਡੇ ਕੰਮ ਨਹੀਂ ਕਰਕੇ ਰਾਜੀ, ਪਿੰਡਾਂ ਚੋਂ ਨਹੀਂ ਮੁੰਡੇ ਕੰਮ ਕਰਕੇ ਰਾਜੀ। ਕਾਰਨ ਕੀ ਸੀ? ਮੁੰਡਿਆਂ ਨੂੰ ਨਖਿੱਧ ਬਣਾਉਣ ਲਈ, ਨਿਸਲ ਕਰਨ ਲਈ ਭਈਏ ਲਿਆਂਦੇ ਗਏ ਸੀ ਬਿਹਾਰ, ਯੂਪੀ ਤੋਂ ਕਿ ਇਹ ਸਾਰਾ ਕੰਮ ਸਾਂਭ ਲੈਣ। ਔਰ ਫੈਂਸੀ ਔਰ ਨੀਲੇ ਨਾਮ ਦੇ ਇੱਕ ਕੈਪਸੂਲ ਸੀ ਉਦੋਂ ਇੰਟਰੋਡਿਊਸ ਕਰਾਏ ਗਏ ਪੰਜਾਬ ਦੇ ਵਿੱਚ ਵੀ ਇਹ ਵਿਹਲੇ ਰਹਿਣਗੇ, ਲਾਉਣਗੇ ਤੇ ਅਮਲੀ ਨਸ਼ਈ ਹੋ ਜਾਣਗੇ। ਔਰ ਇਸੇ ਤਰ੍ਹਾਂ ਹੋਇਆ। 8-10 ਸਾਲ ਜਦੋਂ ਡਿਪੈਂਡ ਕਰ ਲਿਆ ਸਾਰੀ ਲੇਬਰ ਦੇ ਉੱਤੇ ਜ਼ਿਮੀਂਦਾਰਾਂ ਨੂੰ, ਉਹਨਾਂ ਨੂੰ ਨਰੇਗਾ ਸਕੀਮਾਂ ਚਲਾ ਕੇ ਪੰਜਾਬ ਤੋਂ ਬਾਹਰ ਲੈ ਗਏ ਵਾਪਸ ਕਿ ਜਿੱਦਣ ਛੁੱਟੀ ਹੋਊਗੀ ਉਦੋਂ ਵੀ ਪੈਸੇ ਮਿਲਣਗੇ ਦਿਹਾੜੀ ਦੇ, ਅੱਗੇ ਪਿੱਛੇ ਦਿਹਾੜੀ ਤਾਂ ਮਿਲੂਗੀ। ਤੇ ਇੱਕ ਸਾਜ਼ਿਸ਼ ਸੀਗੀ ਇੰਟੈਲੀਜੈਂਸ ਦੀ ਕਿ ਇੱਕ ਜ਼ਿਮੀਂਦਾਰ ਬਾਪ ਨੂੰ ਜਿਹਨੇ ਹੱਡ ਗੋਡੇ ਰਗੜ ਕੇ ਜ਼ਮੀਨ ਬਣਾਈ ਸੀ ਉਹਨੂੰ ਤਿਆਰ ਕਰਨਾ ਸੀ ਜ਼ਮੀਨ ਵੇਚਣ ਵਾਸਤੇ, ਮੈਂਟਲੀ ਪ੍ਰਪੇਅਰ ਕਰਨਾ ਸੀ ਕਿ ਤੂੰ ਟੁੱਟ ਜਾਏ ਕਿ ਮੇਰੀ ਤੇ ਔਲਾਦ ਕੰਮ ਹੀ ਨਹੀਂ ਕਰਕੇ ਰਾਜੀ। ਔਰ ਇਸੇ ਤਰ੍ਹਾਂ ਹੀ ਵਾਪਰਿਆ। ਅੱਛਾ, ਉਹ ਜ਼ਮੀਨਾਂ ਤੋਂ ਕਿ ਹਾਂ ਵੀ ਨਿਆਣੇ ਕੰਮ ਨਹੀਂ ਕਰਦੇ, ਕੀ ਕਰੀਏ, ਇਹਨਾਂ ਨੂੰ ਬਾਹਰ ਭੇਜੋ, ਇਹ ਕਰ ਦਿਓ, ਉਹ ਕਰ ਦਿਓ, ਜ਼ਮੀਨਾਂ ਵੇਚੋ। ਔਰ ਉਸ ਵੇਲੇ ਦਿੱਲੀ ਬੰਬੇ ਤੋਂ ਵਪਾਰੀ ਲਿਆਂਦੇ ਗਏ। ਉਦੋਂ ਗਾਣਾ ਆਇਆ ਸੀ ਬੱਬੂ ਮਾਨ ਹੋਰਾਂ ਦਾ, ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਹੈ, ਉਹਦੇ ਵਿੱਚ ਲਾਈਨ ਸੀ ਜੇ ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਹੈ। ਜੀ। ਪਰ ਦੇ ਮਾਰ ਡੈਕਾਂ ਲਾ ਭੰਗੜੇ ਪਾਉਣ ਤੋਂ ਇਲਾਵਾ ਕਿ ਕੋਈ ਸਬਕ ਵਾਲੀ ਗੱਲ ਤੇ ਸਿੱਖੀ ਨਹੀਂ। ਉਦੋਂ ਇੱਕ ਸੰਕੇਤ ਦਿੱਤਾ ਗਿਆ ਸੀ ਬੱਬੂ ਮਾਨ ਹੋਰਾਂ ਦੇ ਵੱਲੋਂ, ਉਹ ਇੱਕ ਇਸ਼ਾਰਾ ਮਾਤਰ ਸਿਗਨਲ ਸੀ। ਇਸ਼ਾਰਾ ਕਾਫੀ ਹੁੰਦਾ ਸਮਝਦਾਰ ਨੂੰ।
ਉਹ ਕੰਨ ਰਸ ਦੇ ਤੌਰ ਤੇ ਸੁਣਿਆ, ਉਹਦੇ ਚੋਂ ਸਿੱਖਿਆ ਸੁਖਿਆ ਕੁਝ ਨਹੀਂ। ਉਹ ਚੀਜ਼ਾਂ ਵਾਪਰੀਆਂ। ਉਹ ਜ਼ਮੀਨ 10 ਲੱਖ ਵਾਲੀ ਕਰੋੜਾਂ ਦੀ ਹੋ ਗਈ। ਕਰੋੜਾਂ ਦੀ ਜ਼ਮੀਨ ਵੇਚ ਕੇ ਤੇ ਮੈਨੂੰ ਦੱਸੋ ਕਿਹੜਾ ਮਾਈ ਦਾ ਲਾਲ ਕੋਈ ਕਹਿੰਦਾ ਇੱਕ ਦੇ ਹੱਥ ਮਾਰ ਕੇ ਵੀ ਮੈਂ 10 ਕਿੱਲੇ ਵੇਚ ਕੇ 5 ਵੀ ਕਿਤੇ ਬਣਾਈ ਹੋਵੇ? ਕੋਈ ਵਿਰਲਾ ਟਾਵਾਂ ਹੋਊਗਾ। ਗੱਡੀਆਂ ਤੇ ਮਾਰ ਆ ਗਈਆਂ ਉਦੋਂ, ਫੋਰਚੂਨਰਾਂ ਤੇ ਪਜੈਰੋਆਂ ਤੇ ਇਹ ਹੈ ਉਹ ਹੈ ਲਟਾ ਪਟਾ। ਤੇ ਅੱਜ ਪੁੱਛੋ ਆਇਆ ਉਹਨਾਂ ਗੱਡੀਆਂ ਤੇਲ ਪਾਉਣ ਦੇ ਪੈਸੇ ਹੈਗੇ ਨੇ ਬਹੁਤੇ ਲੋਕਾਂ ਕੋਲ? ਬਿਲਕੁਲ ਜਿੰਨਾ ਕੋਲ ਹੈਗੇ ਨੇ ਉਹ ਤਾਂ ਭਾਵੇਂ ਬਚੇ ਨੇ ਕਿ ਨਿਆਣੇ ਬਾਹਰ ਆ ਗਏ। ਜ਼ਮੀਨਾਂ ਖੋਲੀਆਂ ਕਿਉਂਕਿ ਤੁਹਾਡੀ ਜਿਹੜੀ ਦੁਕਾਨ ਸੀ, ਐਗਰੀਕਲਚਰ ਲੈਂਡ ਦੁਕਾਨ ਸੀ, ਉਹ ਦੁਕਾਨ ਢਾਉਣੀ ਸੀ। ਇੱਕ ਦੁਕਾਨ ਤੋਂ 10 ਮਕਾਨ ਬਣ ਜਾਂਦੇ ਆ, 10 ਮਕਾਨਾਂ ਤੋਂ ਇਕੱਠਿਆਂ ਰਲ ਕੇ ਇੱਕ ਦੁਕਾਨ ਨਹੀਂ ਕਦੀ ਪੈਂਦੀ ਹੁੰਦੀ। ਇਹ ਦੁਕਾਨ ਸੀ ਐਗਰੀਕਲਚਰ ਪੰਜਾਬ ਦੀ, ਕੱਲੇ ਜੱਟਾਂ ਦੀ ਨਹੀਂ ਸੀ। ਉਹ ਤੋਂ ਆੜਤੀ ਵੀ ਖਾਂਦੇ ਸੀ, ਸੀਰੀ ਵੀ ਸੀ, ਸਾਰਿਆਂ ਨੂੰ ਜਾਂਦਾ ਸੀ। ਉੱਥੇ ਚੱਲਦਾ ਨਾ ਸਿਸਟਮ। ਅੱਜ ਇਕੱਠੇ ਆ ਕਿਉਂਕਿ ਪਤਾ ਲੱਗ ਰਿਹਾ ਮਾਰਕਲੀ ਕਿਸਾਨ ਨੂੰ ਨਹੀਂ ਪੈ ਰਹੀ। ਇਹਦੇ ਚਿਣਕ ਫੁੱਟੀ ਹੈ ਕਿਸਾਨ ਦੇ ਘਰ, ਇਹਨੇ ਸਾਰੇ ਜੰਗਲ ਨੂੰ ਲੈ ਲੈਣਾ। ਉਹ ਵੱਧਦਾ ਕੰਮ ਇੱਥੇ ਚਲਾ ਗਿਆ, ਜ਼ਮੀਨਾਂ ਚਲੇ ਗਈਆਂ, ਵਿਕ ਗਈਆਂ, ਵਿਹਲੇ ਹੋ ਗਏ। ਉਸ ਤੋਂ ਬਾਅਦ ਇਹ ਜਦੋਂ ਇਹੋ ਜਿਹੀ ਨੀਤੀਆਂ ਬਣਾਉਂਦੇ ਆ ਨਾ, ਟੀਮਾਂ ਹੁੰਦੀਆਂ ਤੇ A and B ਟੀਮ। ਇੱਕ ਟੀਮ ਕਾਨੂੰਨ ਬਣਾਉਂਦੀ ਆ ਮਾਰੂ, ਦੂਸਰੀ ਉਹਨੂੰ ਤੋੜਦੀ ਆ ਕਿ ਏਦਾਂ ਦਾ ਇਹਨੂੰ ਭੇਜਿਆ ਜਾ ਸਕਦਾ, ਤੋੜਿਆ ਜਾ ਸਕਦਾ। ਉਹ ਫਿਰ ਸੁਧਾਰ ਕੇ ਲਿਆਉਂਦੇ ਆ, ਫਿਰ ਤੋੜਦੀ ਆ, ਫਿਰ A ਟੀਮ ਬਣਾਉਂਦੀ ਆ, B ਫਿਰ ਤੋੜਦੀ ਆ। ਉਦੋਂ ਤੱਕ ਇਹ ਡਰਾਮਾ ਚੱਲਦਾ ਜਦੋਂ ਤੱਕ ਇੰਨਾ ਕੁ ਸਟਰੋਂਗ ਕਾਨੂੰਨ ਨਾ ਬਣ ਜਾਵੇ ਕਿ ਉਹਨੂੰ ਤੋੜਿਆ ਨਹੀਂ ਜਾ ਸਕਦਾ। ਉਹਨਾਂ ਨੇ ਫਿਰ B ਟੀਮ ਨੇ ਕਿਹਾ ਵੀ ਚਲੋ ਜ਼ਮੀਨਾਂ ਤੇ ਖੋਲੋਗੇ, ਜ਼ਮੀਨਾਂ ਤੇ ਵਕਾ ਲੋਗੇ ਸਾਜ਼ਿਸ਼ ਨਾਲ, ਜਿਹੜਾ ਪੈਸਾ ਇੰਨਾ ਆ ਜਾਣਾ ਕਿਤੇ ਪੰਜਾਬ ਦੀ ਖੁਦਮੁਖਤਿਆਰੀ ਦੀ, ਆਜ਼ਾਦੀ ਦੀ ਗੱਲ, ਹੱਕਾਂ ਦੀ ਤੇ ਪਾਣੀਆਂ ਦੀ ਕਿਤੇ ਫੇਰ ਨਾ ਕਰ ਲੈਣ। B ਟੀਮ ਕਹਿੰਦੀ ਵੀ ਨਹੀਂ, ਪਰਵਾਹ ਨਾ ਕਰੋ। ਕਾਫੀ ਸਾਲ ਪਹਿਲਾਂ ਹਮ ਦੋ ਹਮਾਰੇ ਦੋ ਇੱਕ ਆਪਰੇਸ਼ਨ ਅਸੀਂ ਪੈਰਲਲ ਚਲਾਇਆ ਹੋਇਆ ਸਾਰੇ ਦੇਸ਼ ਦੇ ਵਿੱਚ, ਬਟ ਲਾਗੂ ਸਿਰਫ ਪੰਜਾਬ 'ਚ ਹੀ ਕੀਤਾ। ਬੱਸਾਂ ਦੇ ਟਰੈਕਟਰਾਂ ਟਰਾਲੀਆਂ ਦੇ ਪਿੱਛੇ ਲਿਖ ਕੇ ਹਮ ਦੋ ਹਮਾਰੇ ਦੋ ਜੰਮਣਗੇ। ਪਹਿਲਾਂ ਕੀ ਹੁੰਦਾ ਸੀ, 5-7 ਭਰਾ ਹੁੰਦੇ ਸੀ, 1-2 ਤੇ ਹੁੰਦੇ ਇਸੇ ਕਾਮਲੇ ਸੀ ਕਿ ਜੋ ਵੱਟ ਬੰਦੇ ਦਾ ਕਿਸੇ ਰੌਲਾ ਹੋ ਗਿਆ ਸ਼ਰੀਕੇ ਦੇ ਵਿੱਚ ਤੇ ਚਲੋ ਕੋਈ 2-4-5 ਸਾਲ ਅੰਦਰ ਲੱਗ ਜਾਣਗੇ ਤੇ ਕੋਈ ਨਹੀਂ। ਗੁਰੂ ਪੰਥ ਲਈ ਜੂਝ ਕੇ ਸ਼ਹੀਦ ਵੀ ਹੋ ਜਾਂਦੇ ਸੀ। ਤੇ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਹੋਣਗੇ 2-2, ਕਿਸੇ ਦੀਆਂ ਦੋਵੇਂ ਧੀਆਂ ਨੇ, ਕਿਸੇ ਦੀ ਇੱਕ ਧੀ ਇੱਕ ਪੁੱਤਰ ਆ, ਜਿਹਦੇ ਆਈ 2-2 ਨੇ, ਮਾਵਾਂ ਤੇ ਆਪਣੇ ਬੁੱਕਲਾਂ ਦੇ ਵਿੱਚ ਆਪਣੇ ਨਿਆਣਿਆਂ ਨੂੰ ਲੁਕਾਉਂਦੀਆਂ ਮਰ ਜਾਣਗੀਆਂ, ਇਹ ਕਿੱਥੋਂ ਸ਼ਹਾਦਤਾਂ ਲਈ ਤਿਆਰ ਹੋ ਜਾਣਗੇ। ਫਿਰ B ਟੀਮ ਕਹਿੰਦੀ ਵੀ ਨਹੀਂ। ਫਿਰ ਇਹਨਾਂ ਨੂੰ ਨਸ਼ਾ ਲਾ ਲਿਆ, ਜ਼ਮੀਨਾਂ ਖੋਲੀਆਂ, ਨਸ਼ਾ ਲਾ ਕੇ ਜ਼ੀਰੋ ਕਰਤੇ। ਉੱਤੋਂ ਹਮ ਦੋ ਹਮਾਰੇ ਦੋ ਵਾਲੀ ਸਾਜ਼ਿਸ਼ ਨਾਲ ਤੁਸੀਂ ਇਹਨਾਂ ਦੀ ਗਿਣਤੀ ਘਟਾਤੀ। ਥੋੜੇ ਬਹੁਤੇ ਰਹਿ ਜਾਣਗੇ ਜਿਹੜੇ ਭੁੱਖੇ ਹੋ ਕੇ ਲੜ ਪੈਣਗੇ। ਉਹ ਕਹਿੰਦੇ ਵੀ ਨਹੀਂ, ਭੁੱਖੇ ਹੋ ਕੇ ਨਹੀਂ ਲੜਦੇ, ਕਿਉਂਕਿ ਜਿਹੜਾ ਚਿੱਟਾ ਦਿੱਤਾ ਉਹ ਅਸੀਂ ਇਸ ਹਿਸਾਬ ਨਾਲ ਦਿੱਤਾ ਵੀ ਜਿਹੜੇ ਬਚੇ ਖੁਚੇ ਰਹਿ ਵੀ ਜਾਣਗੇ ਉਹ ਇੰਨੇ ਜੋਗੇ ਨਹੀਂ ਹੋਣਗੇ ਵੀ ਉਹਨਾਂ ਦਾ ਹੱਥ ਖੰਡੇ ਨੂੰ ਪਊਗਾ। ਪਰ ਇਹ ਚੀਜ਼, ਇਹ ਵਹਿਮ ਉਹਨਾਂ ਦਾ ਤੋੜ ਕੇ ਰੱਖਤਾ। ਅੱਜ ਤੁਸੀਂ ਵੇਖ ਲਓ ਕੀ ਬਣਿਆ। ਇਹ ਗੱਲ ਸਾਬਤ ਹੋ ਗਈ ਵੀ ਅਸੀਂ ਅੱਜ ਵੀ ਅਮੀਰ ਹਾਂ, ਆਸ਼ਕਾਂ ਦੇ ਯਾਰ ਆਪਣੇ ਦੀ ਰਮਜ ਪਛਾਣਦੇ ਹਾਂ। ਅਸੀਂ ਅੱਜ ਵੀ ਤਲੀ ਤੇ ਸੀਸ ਧਰ ਕੇ ਤੇ ਗਲੀ ਯਾਰ ਦੀ ਪਹੁੰਚਣਾ ਜਾਣਦੇ ਹਾਂ। ਘਰ ਵਸਾਇਆ, ਝੰਡਾ ਲਾਲ ਕਿਲੇ ਦੇ ਉੱਤੇ, ਇੱਕ ਦੇ ਉੱਤੇ ਗੱਡਿਆ ਜਾ ਕੇ ਮੋਦੀ ਰਾਂ ਦੇ। ਬਿਲਕੁਲ ਉਹਨਾਂ ਦਾ ਜਿਹੜਾ ਕੋਈ ਉਹਨਾਂ ਨੂੰ ਵਹਿਮ ਸੀ, ਕੋਈ ਭੁਲੇਖਾ ਸੀ ਮਨ ਦੇ ਵਿੱਚ, ਐਨ ਬਿਲਕੁਲ ਉਹਨਾਂ ਨੇ ਸਪਸ਼ਟ ਕਰਕੇ ਰੱਖਤਾ ਕਿ ਨਹੀਂ। ਪਰ ਜਿਸ ਤਰੀਕੇ ਦੇ ਨਾਲ ਲਾਲ ਕਿਲੇ ਦੇ ਉੱਪਰ ਝੰਡਾ ਲਹਿਰਾਇਆ ਗਿਆ, ਬਹੁਤ ਸਾਰੇ ਲੋਕ ਇਸ ਗੱਲ ਦੇ ਨਾਲ ਇਤਫਾਕ ਨਹੀਂ ਵੀ ਰੱਖਦੇ, ਚਾਹੇ ਉਹ ਆਪਣੇ ਸਿੱਖ ਹੋਣ, ਚਾਹੇ ਕਿਸਾਨ ਹੋਣ, ਕਿਸਾਨ ਲੀਡਰ ਹੋਣ। ਕੀ ਤੁਹਾਨੂੰ ਲੱਗਦਾ ਹੈ ਅੰਮ੍ਰਿਤ, ਜਿਸ ਤਰੀਕੇ ਦੇ ਨਾਲ ਇਹ ਘਟਨਾ ਹੋਈ ਹੈ, ਕਿ ਅੰਦੋਲਨ ਇਸ ਚੀਜ਼ ਦੀ ਮੰਗ ਕਰਦਾ ਸੀ ਕਿਉਂਕਿ ਸਾਡੀਆਂ ਮੰਗਾਂ ਕੁਝ ਹੋਰ ਸੀ, ਲਾਲ ਕਿਲੇ ਦੇ ਉੱਪਰ ਝੰਡਾ ਲਹਿਰਾਉਣਾ ਸਾਡੀ ਮੰਗ ਨਹੀਂ ਸੀ? ਵੇਖੋ, ਜਦੋਂ ਲੋਕਾਂ ਦਾ ਵਹਿਣ, ਲੋਕ ਸੈਲਾਬ, ਜਨ ਸੈਲਾਬ ਉੱਠਦਾ ਹੈ ਨਾ, ਇਨਕਲਾਬ ਉੱਠਦਾ, ਉਹਦੇ ਵਿੱਚ ਬਹੁਤ ਕੁਝ ਹੁੰਦਾ। ਜਦੋਂ ਇਨਕਲਾਬ ਉੱਠਦਾ ਉਹਦੇ ਵਿੱਚ ਬਹੁਤ ਕੁਝ ਹੁੰਦਾ। ਔਰ ਇਹ ਜਿਹੜੀ ਚੀਜ਼ ਸੀ, ਸਮੇਂ ਦੀ ਮੰਗ ਸੀ ਜਾਂ ਨਹੀਂ ਸੀ, ਇਹਦੇ ਬਾਰੇ ਨਹੀਂ ਮੈਂ ਉਹ ਗੱਲ ਕਹਿਣੀ। ਪਰ ਜੋ ਹੋਇਆ, ਮੈਂ ਨਿੱਜੀ ਤੌਰ ਤੇ ਮੈਂ ਬਹੁਤ ਖੁਸ਼ ਹਾਂ। ਵਿਦੇਸ਼ਾਂ ਦੇ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਗਰਾਊਂਡ ਲੈਵਲ ਤੇ ਵਿਚਰ ਕੇ ਲੋਕਾਂ 'ਚ ਵੇਖਦੇ, ਲੋਕ ਬਹੁਤ ਖੁਸ਼ ਨੇ। ਜੇ ਲੋਕ ਖੁਸ਼ ਨੇ ਤਾਂ ਇਟ ਮੀਨਸ ਕਿ ਇਹ ਸਮੇਂ ਦੀ ਮੰਗ ਵੀ ਸੀ, ਤੇ ਜੇ ਨਹੀਂ ਵੀ ਸੀ ਤੇ ਠੀਕ ਹੋਇਆ। ਕਿਉਂਕਿ ਜਿਹੜਾ ਝੰਡਾ ਉੱਥੇ ਲੱਗਾ ਸੀ, ਤਿਰੰਗਾ ਉਹਨਾਂ ਨੇ ਨਹੀਂ ਲਾਇਆ, ਉਹ ਲੱਗਾ ਰਹਿਣ ਦਿੱਤਾ ਉਦਾਂ ਹੀ। ਬਿਲਕੁਲ, ਇਹ ਚੀਜ਼ ਬਿਲਕੁਲ ਹੈਗੀ ਆ, ਤਿਰੰਗਾ ਲੱਗਿਆ ਰਿਹਾ। ਹਾਂ, ਖਾਲੀ ਥਾਂ ਦੇ ਉੱਪਰ ਝੰਡਾ ਲਹਿਰਾਇਆ ਗਿਆ ਜੀ, ਬਿਲਕੁਲ। ਔਰ ਇੱਥੇ ਮੈਂ ਕਹਾਂਗਾ ਜਿਹੜਾ ਵੀਰ ਨਵਰੀਤ ਸਿੰਘ ਸ਼ਹੀਦੀ ਜਾਮ ਨੇ ਛਕਿਆ ਕੱਲ ਇਸ ਸੰਘਰਸ਼ ਦੇ ਦੌਰਾਨ, ਸ਼ਹੀਦੀ ਬਾਟਾ ਜਿਹਨੇ ਛਕਿਆ, ਨਵਰੀਤ ਸਿੰਘ ਡਿਬਡਿਬਾ, ਬਹੁਤ ਕੁਰਬਾਨੀ ਵਾਲਾ ਪਰਿਵਾਰ। ਉਹਨਾਂ ਦੇ ਦਾਦਾ ਜੀ ਸਰਦਾਰ ਹਰਦੀਪ ਸਿੰਘ ਡਿਬਡਿਬਾ ਸਾਡੇ ਨਾਲ, ਮੇਰੇ ਫਾਦਰ ਸਾਹਿਬ ਨਾਲ ਸੰਘਰਸ਼ ਦੇ ਵਿੱਚ ਰਹੇ ਆ, ਔਰ 80 ਦੇ ਦਹਾਕਿਆਂ ਤੋਂ ਲਾ ਕੇ ਅਜੇ ਤੱਕ
ਬਹੁਤ ਜ਼ਿਆਦਾ ਯੋਗਦਾਨ ਉਸ ਪਰਿਵਾਰ ਦਾ ਰਿਹਾ ਹੈ। ਕੋਈ ਪਹਿਲੀ ਕੁਰਬਾਨੀ ਨਹੀਂ ਉਹਨਾਂ ਦੀ, ਬੜੇ ਸਮੇਂ ਤੋਂ ਉਹ ਪੰਥ ਗ੍ਰੰਥ ਵਾਸਤੇ ਸੀਸ ਤਲੀ ਤੇ ਰੱਖ ਕੇ ਲੜ ਰਹੇ ਆ। ਜਿੱਥੇ ਬਘੇਲ ਸਿੰਘ ਦਾ ਨਾਮ ਲਿਆ ਜਾਇਆ ਕਰੂਗਾ, ਉੱਥੇ ਇਹਨਾਂ ਸ਼ਹੀਦ ਹੋਏ ਵੀਰਾਂ ਦਾ, ਇਹਨਾਂ ਸੰਘਰਸ਼ ਕਰਨ ਵਾਲਿਆਂ ਦਾ ਨਾਮ ਵੀ ਉਸੇ ਪੰਨੇ ਦੇ ਉੱਤੇ ਲਿਖਿਆ ਜਾਇਆ ਕਰੂਗਾ ਰਹਿੰਦੀ ਦੁਨੀਆ ਤੱਕ। ਨਹੀਂ, ਪਰ ਅਮਰਤ ਜਿਸ ਤਰੀਕੇ ਦੇ ਨਾਲ ਉਧਰ ਨੂੰ ਲੋਕ ਗਏ, ਕਿਸਾਨ ਜਥੇਬੰਦੀਆਂ ਦਾ ਰੋਡ ਮੈਪ ਕੁਝ ਹੋਰ ਸੀ, ਇਹ ਰੋਡ ਮੈਪ ਉਸ ਦੇ ਵਿੱਚ ਨਹੀਂ ਸੀ ਆਉਂਦਾ। ਲਾਲ ਕਿਲੇ ਤੇ ਝੰਡਾ ਲਹਿਰਾਉਣਾ ਨਹੀਂ ਸੀ ਗੱਲ ਬਣਦੀ, ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ, ਇਲਜ਼ਾਮ ਲਗਾਤਾਰ ਇਹ ਲੱਗ ਰਹੇ ਨੇ, ਦੀਪ ਸਿੱਧੂ ਨੇ ਅੰਦੋਲਨ ਨੂੰ ਖਰਾਬ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ ਹੈ। ਕਹਿੰਦੇ ਦੀਪ ਸਿੱਧੂ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ, ਸਰਕਾਰ ਨੂੰ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੋਈ ਗੱਲ ਨਹੀਂ ਸੀ ਮਿਲ ਰਹੀ, ਤਾਂ ਹੁਣ ਇਸ ਗੱਲ ਕਰਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਹੋਈ ਹੈ। ਦੀਪ ਸਿੱਧੂ ਦੇ ਨੂੰ ਲੈ ਕੇ ਗੱਲ ਕਹੀ ਜਾ ਰਹੀ ਹੈ, ਦੀਪ ਸਿੱਧੂ ਤੇ ਉੱਪਰ ਇਲਜ਼ਾਮ ਲਗਾ ਰਹੇ ਨੇ ਕਿ ਇਹ ਸਰਕਾਰੀ ਬੰਦਾ ਹੈ। ਓਕੇ, ਇਹਦੇ ਵਿੱਚ ਦੋ ਸਵਾਲ ਨੇ ਤੁਹਾਡੀ ਇਸ ਲਾਈਨ ਦੇ ਵਿੱਚ, ਤੇ ਦੋਵਾਂ ਦਾ ਮੈਂ ਜਵਾਬ ਦਊਂਗਾ। ਜਿਹੜੀ ਕਿਸਾਨ ਜਥੇਬੰਦੀਆਂ ਦੀ ਗੱਲ ਹੈ ਕਿ ਰੋਡ ਮੈਪ ਕੁਝ ਹੋਰ ਸੀ ਤੇ ਲੋਕ ਕਿਸੇ ਹੋਰ ਪਾਸੇ ਗਏ, ਉਹ ਗੱਲ ਨਸ਼ਰ ਹੋ ਚੁੱਕੀ ਹੈ ਕਿ ਇਹ ਰੋਡ ਮੈਪ ਜਿਹੜਾ ਇਹਨਾਂ ਨੇ ਸਰਕਾਰ ਨਾਲ ਰਲ ਕੇ ਬਣਾਇਆ ਸੀਗਾ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਜਿਹੜਾ ਇੱਕ ਕਾਮਰੇਡੀ ਵਿਚਾਰਧਾਰਾ ਨਾਲ ਚੱਲ ਰਹੇ ਸੀ ਜਿਹੜੇ। ਇੱਥੇ ਆ ਜਾਂਦਾ, ਕਿਸੇ ਨੇ ਪੁੱਛਿਆ ਹੁੰਦਾ ਕਾਮਰੇਡ ਕੌਣ ਹੁੰਦੇ ਆ, ਉਹ ਬੰਦਾ ਸੀ ਕੋਈ ਦੇਸੀ ਜਾਂ ਮੇਰਗਾ, ਆਂਦਾ ਜਿਹੜਾ ਸਮੇਂ ਦੀਆਂ ਹਕੂਮਤਾਂ ਦਾ ਹੱਥ ਟੋਕਾ ਬਣ ਕੇ ਜਿਹੜੇ ਆਪਣਾ ਕੰਮ ਰੇੜਦੇ ਨੇ, ਉਹਨਾਂ ਨੂੰ ਕਾਮਰੇਡ ਕਹਿੰਦੇ ਨੇ। ਖੈਰ, ਜੋ ਉਹ ਰੂਪਰੇਖਾ ਦੇਣਾ ਚਾਹੁੰਦੇ ਸੀ ਮੋਰਚੇ ਨੂੰ, ਗੋਡਿਆਂ ਦੇ ਭਾਰ ਸੁੱਟਣਾ ਚਾਹੁੰਦੇ ਸੀ ਕਿਸਾਨਾਂ ਨੂੰ, ਲੋਕਾਂ ਨੂੰ ਚੀਜ਼ ਮਨਜ਼ੂਰ ਨਹੀਂ ਸੀ, ਜਿਹਦਾ ਸਿੱਟਾ ਉਹਨਾਂ ਨੇ ਭੁਗਤ ਵੀ ਲਿਆ। ਰੈਲੀ ਤੋਂ, ਟਰੈਕਟਰ ਮਾਰਚ ਤੋਂ ਪਹਿਲਾਂ ਇੱਕ ਦਿਨ ਬਾਈ ਪਿਛਲੇ ਪਾਸੇ ਨੂੰ ਮਰੋੜ ਕੇ ਤੇ ਨੂੜ ਕੇ ਮੁੱਢੜੇ ਨੂੰ ਸਟੇਜ ਨੂੰ ਸੁੱਟੇ ਨੇ ਸਾਰਿਆਂ ਲੋਕਾਂ ਨੇ। ਉਹ ਦੀਪ ਨੇ ਨਹੀਂ ਸੁੱਟੇ, ਲੋਕਾਂ ਨੇ ਸੁੱਟੇ ਨੇ। ਉੱਥੋਂ ਜਾ ਕੇ ਉਹਨਾਂ ਧੱਕੇ ਨਾਲ ਦੀਪ ਸਿੱਧੂ ਨੂੰ ਲੱਭ ਕੇ ਲਿਆਂਦਾ ਵੀ ਤੂੰ ਆ ਕੇ ਬੋਲ, ਤੂੰ ਸਾਡੀ ਰਹਿਨੁਮਾਈ ਕਰ, ਕਿਉਂਕਿ ਸਾਨੂੰ ਉਹਨਾਂ ਦੀ ਕਮਾਂਡ ਪ੍ਰਵਾਨ ਨਹੀਂ ਗੀ। ਜਦੋਂ ਜੰਗ ਦੇ ਵਿੱਚ ਇੱਕ ਸ਼ੇਰ ਅੱਗੇ ਹੋ ਕੇ ਭੇਡਾਂ ਦੇ ਇੱਕ ਵਗ ਨੂੰ ਨਾਲ ਲੈ ਕੇ ਜੂਝਦਾ ਨਾ, ਸਾਰੀਆਂ ਭੇਡਾਂ ਸ਼ੇਰ ਦੇ ਨਿਆਂ ਲੜ ਕੇ ਸ਼ਹੀਦ ਹੁੰਦੀਆਂ। ਤੇ ਜੇ ਕਿਤੇ ਮਾੜੀ ਕਿਸਮਤ ਨੂੰ ਇੱਕ ਭੇਡ ਕਿਤੇ ਸ਼ੇਰਾਂ ਦੇ ਵਗ ਦੀ ਅਗਵਾਈ ਕਰਨ ਲੱਗ ਪਏ, ਤੇ ਉਹ ਭੇਡ ਆਪਣੇ ਵਾਂਗੂ ਸਾਰੇ ਸ਼ੇਰਾਂ ਨੂੰ ਭੇਡਾਂ ਦੀ ਨਿਆਂ ਮੌਤ ਮਰਵਾ ਦਿੰਦੀ ਹੈ। ਲੋਕਾਂ ਨੂੰ ਭੇਡਾਂ ਦੀ ਅਗਵਾਈ ਨਹੀਂ ਸੀ ਹੁੰਦੀ। ਦੀਪ ਸਿੱਧੂ ਨੂੰ ਲਿਆਂਦਾ ਲੋਕ ਨਹੀਂ, ਪਰ ਬਹੁਤ ਸਾਰੇ ਲੋਕ ਇਹਨਾਂ ਦੇ ਮਗਰ ਵੀ ਤਾਂ ਜਾ ਰਹੇ ਸੀ। ਬਹੁਤ ਸਾਰਾ ਇਕੱਠ ਜਿਹੜਾ ਸੀ, ਬਹੁਤ ਸਾਰੀ ਜ਼ਿਆਦਾ ਗਿਣਤੀ, ਬਹੁਤ ਗਿਣਤੀ ਜੇ ਆਪਾਂ ਕਹਿ ਲਈਏ, ਉਹ ਕਿਸਾਨ ਲੀਡਰਾਂ ਦੇ ਮਗਰ ਜਿਹੜਾ ਰੋਡ ਮੈਪ ਤੈਅ ਕੀਤਾ ਹੋਇਆ ਸੀ ਉਹਦੇ ਤੇ ਸੀ। ਕੁਝ ਕੁ ਸੈਕਸ਼ਨ ਸੀਗਾ ਉਹਨਾਂ ਨਾਲ, ਇਸ ਗੱਲ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ। ਕੁਝ ਕੁ ਸੈਕਸ਼ਨ ਉਹਨਾਂ ਦੇ ਨਾਲ ਗਿਆ ਸੀ, ਕਿਉਂਕਿ ਉਹ ਇੱਕ ਤਗੜੀ ਲੌਬੀ ਆ, ਗੁੰਮਰਾਹ ਕਰਕੇ ਕਰ ਸਕਦੇ ਆ ਲੋਕਾਂ ਨੂੰ, ਕੁਝ ਵੀ ਕਰ ਸਕਦੇ ਆ। ਮੈਂ ਉਸੇ ਗੱਲ ਤੇ ਆਊਂਗਾ, ਤੁਸੀਂ ਜਿਹੜੀ ਗੱਲ ਪਹਿਲਾਂ ਕਿਸਾਨ ਆਗੂਆਂ ਦੀ, ਫਿਰ ਦੀਪ ਸਿੱਧੂ ਹੋਰਾਂ ਦੀ ਕੀਤੀ ਸੀ ਕਿ ਉਹਨਾਂ ਤੇ, ਵੇਖੋ ਦੀਪ ਸਿੱਧੂ ਤੇ ਇਲਜ਼ਾਮ ਲਾਏ ਜਾਂਦੇ ਆ ਵੀ ਸਰਕਾਰ ਦਾ ਬੰਦਾ, ਇੰਟੈਲੀਜੈਂਸ ਦਾ ਫਲਾਣਾ, ਤੇ ਉਹ ਉੱਥੇ ਮਖਮਲੀ ਤਲਾਈਆਂ ਰਜਾਈਆਂ ਛੱਡ ਕੇ ਕਿਉਂ ਆਇਆ? ਵਕੀਲ ਸੀ, ਹੈਗਾ, ਠੀਕ ਆ, ਆਪਣੀਆਂ ਉੱਥੇ ਮੌਜਾਂ ਮਾਣਦਾ, ਕੋਈ ਸਵਾਲ ਕਰ ਸਕਦਾ ਸੀ ਉਹਨੂੰ? ਬਹਿ ਕੇ ਲੋਕਾਂ ਵਾਂਗੂ ਬਹੁਤ ਲੋਕ ਉਹਦੀ ਇੰਡਸਟਰੀ ਦੇ, ਉਹਦੇ ਨੇੜੇ ਤੇੜੇ ਸੱਜੇ ਖੱਬੇ ਪਾਸੇ ਵਾਲੇ। ਮੈਂ ਕਿਹਾ ਇਹ ਉਹੀ ਦੀਪ ਸਿੱਧੂ ਆ ਜਿਹੜਾ ਸਨੀ ਦਿਓਲ ਦੀਆਂ 2019 ਦੇ ਵਿੱਚ ਵੋਟਾਂ ਦੇ ਵਿੱਚ ਭਾਜਪਾ ਦੀ ਤੇ ਸਨੀ ਦਿਓਲ ਦੀ ਲਈ ਪ੍ਰਚਾਰ ਕਰ ਰਿਹਾ ਸੀ, ਤੇ ਵਾਰ-ਵਾਰ ਫੋਟੋਆਂ ਵੀ ਵਾਇਰਲ ਹੁੰਦੀਆਂ ਨੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਦੀਆਂ। ਨਿੱਜੀ ਸੰਬੰਧ ਸੀ ਕਿ ਸਨੀ ਦਿਓਲ ਦੇ ਨਾਲ ਉਹਦੇ ਪ੍ਰਚਾਰ 'ਚ। ਹੁਣ ਮੈਂ ਤੁਹਾਨੂੰ ਇੱਥੇ ਮਿਲ ਪਵਾ, ਤੁਸੀਂ ਇਲੈਕਸ਼ਨ 'ਚ ਖਲੋ ਜਾਓ ਤੇ ਮੇਰਾ ਤੁਹਾਡੇ ਨਾਲ ਹੋਵੇ ਰਾਨਾ, ਤੇ ਮੈਂ ਮਤ ਕਰ ਦਿਆਂ, ਕਹਿ ਦਿਆਂਗਾ ਸੁਖਵਿੰਦਰ ਸਿੰਘ ਸਿੱਧੂ ਨੂੰ ਵੋਟਾਂ ਪਾਓ, ਤੇ ਬੰਦਾ ਹੀ ਹੈ ਨਾ। ਤੇ ਅਮਿਤ ਸ਼ਾਹ ਦੇ ਨਾਲ ਕੀ ਯਾਰਾਨਾ ਸੀ? ਵੇਖੋ, ਸਵਾਲ ਕਰਕੇ ਗੱਲ ਸੁਣਨੀ ਮੈਂ, ਵੇਖੋ ਸਵਾਲ ਕਰਕੇ ਜਵਾਬ ਸੁਣ। ਤੁਸੀਂ, ਮੈਂ ਕਹਾਂ ਵੀ ਮੇਰਾ ਯਾਰ ਆ ਸੁਖਵਿੰਦਰ ਸਿੰਘ ਸਿੱਧੂ, ਇਹਨੂੰ ਵੋਟਾਂ ਪਾਓ, ਤੇ ਵੋਟਾਂ ਪੈ ਵੀ ਜਾਣ, ਤੁਸੀਂ ਜਿੱਤ ਵੀ ਜਾਓ। ਬੰਦਾ ਕਹਿੰਦੇ ਨੇ ਮਹਾਨ, ਅੱਜ ਦੇ ਸਮੇਂ 'ਚ ਜਿਹੜਾ ਨਾ ਮਹਾਨ ਲੋਕ ਮੰਨਦੇ ਸ਼ਹੀਦ ਹੋਣ ਤੋਂ ਬਾਅਦ, ਉਸ ਤੋਂ ਪਹਿਲਾਂ ਨਹੀਂ, ਬੰਦਾ ਹੀ ਆ ਨਾ। 2 ਘੜੀਆਂ ਪਹਿਲਾਂ ਕਿਹੜੀ ਕੜੀ ਘੋਲ ਜੇ ਕੋਈ ਪਤਾ ਨਹੀਂ। ਤੇ ਤੁਸੀਂ ਸਵੇਰ ਨੂੰ ਜਾ ਕੇ ਮੰਨ ਲਓ ਮੋਦੀ ਦੇ ਨਾਲ ਰਲ ਜਾਓ, ਤੇ ਮੈਂ ਕਿਹੜੇ ਪਾਸੇ ਮੂੰਹ ਦੇਣਾ ਜਾ ਕੇ? ਮੈਂ ਤਾਂ ਇਹੀ ਕਹਿ ਸਕੂੰਗਾ, ਮੈਨੂੰ ਲੋਕੀ ਕਹਿਣਗੇ ਵੀ ਤੂੰ ਆਪਣੇ ਸੁਖਵਿੰਦਰ ਸਿੱਧੂ ਨੂੰ ਕਹਿ ਕੇ ਵੋਟਾਂ ਪਵਾਈਆਂ ਸੀ, ਉਹ ਮੋਦੀ ਨਾਲ ਰਲ ਗਿਆ, ਹੋ ਸਕਦਾ ਤੂੰ ਵੀ ਰਲ ਗਿਆ ਹੋਵੇਂ, ਜਾਂ ਤੁਸੀਂ ਮੈਨੂੰ ਵੋਟਾਂ ਪਵਾ ਦਿਓ ਤੇ ਮੈਂ ਕੱਲ ਨੂੰ ਗਦਾਰ ਨਿਕਲ ਜਾਵਾਂ, ਤੇ ਤੁਹਾਡੀ ਉਹਦੇ ਪਿੱਛੇ ਟੈਨਸ਼ਨ ਤੇ ਗਲਤ ਨਹੀਂ ਸੀ ਨਾ। ਦੱਸੋ ਕਿਹੜੇ ਪਾਸੇ ਨੂੰ ਜਾਓਗੇ? ਪਰ ਅਮਿਤ ਸ਼ਾਹ ਦੇ ਨਾਲ ਕੀ ਯਾਰਾਨਾ ਹੋ ਸਕਦਾ? ਅਲੱਗ ਫੋਟੋਆਂ ਵੀ ਸਨੀ ਦਿਓਲ ਤੋਂ ਬਿਨਾਂ ਵੀ ਅਮਿਤ ਸ਼ਾਹ ਦੇ ਨਾਲ ਵਾਇਰਲ ਹੁੰਦੀਆਂ ਨੇ। ਆਪਣੀ ਵੀਡੀਓ ਕਾਲ ਚੱਲ ਰਹੀ ਹੈ,
ਇੱਥੋਂ ਸਕਰੀਨਸ਼ਾਟ ਲੈ ਕੇ ਕੋਈ ਫੋਟੋ ਮੇਰੀ ਪਾ ਦੂਗਾ ਕੱਲ ਨੂੰ, ਤੇ ਮੈਂ ਇੱਥੋਂ ਮੰਨ ਲਓ ਡਰੱਗ 'ਚ ਹੀ ਫੜਿਆ ਜਾਵਾਂ ਤੇ ਲੋਕੀ ਕਹਿਣਗੇ ਵੀ ਫਿਰ ਸੁਖਵਿੰਦਰ ਸਿੱਧੂ ਵੀ ਡਰੱਗ ਵੇਚਦਾ, ਫਿਰ ਤੁਸੀਂ ਮੇਰੇ ਨਾਲ ਚੱਲੋਗੇ, ਬੈਠੋਗੇ ਜੇਲ੍ਹ, ਜੇ ਕਿਤੇ ਕੱਲ ਨੂੰ ਗੱਲ ਐਸੀ ਨਿਕਲ ਗਈ। ਨਹੀਂ ਤੁਸੀਂ ਪਰ ਐਡਿਟ ਤੁਹਾਡੀ ਜਗ੍ਹਾ ਮੇਰੀ ਜਗ੍ਹਾ ਫੋਟੋ ਤੋਂ ਜਿਹੜੀ ਹੈ ਨਾ, ਦੇਖੋ ਫੋਟੋ ਬੋਲਦੀ ਨਹੀਂ, ਉਹਨੂੰ ਪ੍ਰਚਾਰ ਜਿਸ ਹਿਸਾਬ ਨਾਲ ਮਰਜ਼ੀ ਕਰ ਲਓ। ਮੇਰੀ ਖਦਸ਼ਾ ਇਹੀ ਜਤਾਇਆ ਜਾਂਦਾ ਹੈ ਕਿ ਵਾਰ-ਵਾਰ ਮੀਟਿੰਗਾਂ ਹੁੰਦੀਆਂ ਨੇ, ਹੋ ਸਕਦਾ ਕਿ ਅਮਿਤ ਸ਼ਾਹ ਹੁਣੀ ਇਹਨੂੰ ਵਰਤਦੇ ਹੋਣ। ਨਹੀਂ ਵਰਤਿਆ ਜਾਣ ਵਾਲਾ ਬੰਦਾ, ਤੁਹਾਨੂੰ ਲੱਗਦਾ ਵਰਤਿਆ ਜਾਣ ਵਾਲਾ ਬੰਦਾ ਹੈਗਾ? ਨਹੀਂ, ਖਦਸ਼ਾ ਲੋਕਾਂ ਦੇ ਇਹ ਆ, ਇਕੱਲੇ ਮੇਰੇ ਸੋਚਣ ਨਾਲ ਤੁਹਾਨੂੰ ਪਤਾ ਮਤਲਬ, ਜਾਂ ਮੇਰੇ ਜਾਂ ਤੁਹਾਡੇ ਇਕੱਲੇ ਸੋਚਣ ਨਾਲ ਗੱਲ ਨਹੀਂ ਬਣਦੀ। ਬਹੁਤ ਸਾਰਾ ਲੋਕਾਂ ਦਾ ਜਿਹੜਾ ਤਬਕਾ ਇਹੀ ਗੱਲ ਕਹਿ ਰਿਹਾ। ਨਹੀਂ ਥੋੜਾ ਅਸੀਂ ਤਾਂ ਕਦੇ, ਮੈਂ ਆਪਣੇ ਮੂੰਹੋਂ ਕਦੇ ਵੀ ਤੁਸੀਂ ਮੇਰਾ ਚੈਨਲ ਦੇਖ ਲਓ ਜਾਂ ਕੁਝ ਦੇਖ ਲਓ, ਆਪਾਂ ਸਿੱਧੇ ਤੌਰ ਤੇ ਕਦੇ ਵੀ ਕਿਸੇ ਤੇ ਇਲਜ਼ਾਮ ਨਹੀਂ ਲਗਾਇਆ, ਸਿਰਫ ਲੋਕਾਂ ਵਾਲੀ ਗੱਲ ਹੀ ਕੀਤੀ ਹੈ। ਲੋਕ ਬਹੁਤ ਇਹ ਸੋਚਦੇ ਨਹੀਂ, ਲੋਕ ਵੇਖੋ ਸੋਚਣ ਸ਼ਕਤੀ ਦੇ ਉੱਤੇ, ਕਿਸੇ ਦੇ ਸੋਚਣ ਦੇ ਉੱਤੇ ਕਦੀ ਕਿਸੇ ਦੀ ਰੋਕ ਨਹੀਂ ਲਾਈ ਜਾ ਸਕਦੀ। ਇੱਕ ਪੁਰਾਣੀ ਨਾ ਬਾਤਾਂ ਪਾਉਂਦੇ ਹੁੰਦੇ ਸੀ ਨਾ ਪਿੰਡਾਂ 'ਚ, ਇੱਕ ਬਾਤ ਹੁੰਦੀ ਸੀ, ਕਹਿਣਾ ਸੀ ਬਾਤ ਬੁੱਝ ਖਾਂ ਬਈ, ਆਓ ਗਈ ਕੀ ਸੀ? ਸੋਚ ਆ, ਕਿਤੇ ਵੀ ਜਾ ਸਕਦੀ, ਲੋਕ ਸੋਚ ਸਕਦੇ ਨੇ, ਪਰ ਉਹਦਾ ਅਧਿਐਨ ਕਰੋ, ਐਨਾਲਿਸਿਸ ਕਰੋ ਤੇ ਦੇਖੋ ਕੀ ਹੈ ਦੀਪ ਸਿੱਧੂ, ਦੇਖ ਲਓ। ਪਰ ਹੁਣ ਅਮਰਤ ਅੱਗੇ ਕਿਵੇਂ ਦੇਖਦੇ ਹੋ? ਕੱਲ੍ਹ ਦੀਆਂ ਘਟਨਾਵਾਂ ਹੋਈਆਂ, ਹੁਣ ਅੱਗੇ ਰੂਪ ਰੇਖਾ ਕੀ ਹੋ ਸਕਦੀ ਹੈ, ਕਿਸ ਤਰੀਕੇ ਕਿਵੇਂ ਸੋਚਦੇ ਆ? ਕਿਉਂਕਿ ਤੁਸੀਂ ਪੜ੍ਹਦੇ ਵੀ ਰਹਿੰਦੇ ਹੋ, ਕਾਫੀ ਜ਼ਿਆਦਾ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਬਹੁਤ ਸਾਰਾ ਲਿਟਰੇਚਰ ਵੀ ਪੜ੍ਹਦੇ ਰਹਿੰਦੇ ਹੋ, ਹੋਰ ਵੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਨੌਲੇਜ ਕਾਫੀ ਹੈ। ਤੁਸੀਂ ਜਿਵੇਂ ਤੁਹਾਡੇ ਤੋਂ ਪੁੱਛਾਂ, ਕੀ ਸੋਚਦੇ ਹੋ ਕੱਲ੍ਹ ਦੀਆਂ ਘਟਨਾਵਾਂ ਤੋਂ ਬਾਅਦ, ਟਰੈਕਟਰ ਪਰੇਡ ਤੋਂ ਬਾਅਦ, ਜਾਂ ਜਿਸ ਤਰੀਕੇ ਦੇ ਨਾਲ ਨਵੀਂ ਰਣਨੀਤੀ ਚੱਲ ਰਹੀ ਹੈ, ਤਾਂ ਕੀ ਲੱਗਦਾ ਕਿ ਅੰਦੋਲਨ ਹੁਣ ਕਿੱਧਰ ਨੂੰ ਜਾਏਗਾ? ਵੇਖੋ ਅੰਦੋਲਨ ਤਾਂ ਭਖੂਗਾ, ਫੋਰ ਸ਼ੋਰ ਅੰਦੋਲਨ ਜ਼ਿਆਦਾ ਭਖੂਗਾ। ਜਦੋਂ ਇੱਕ ਦੁਖੀ ਬੰਦਾ ਹੈ, ਦੁਖੀ ਬੰਦੇ ਨੂੰ ਜਾਂ ਤਾਂ ਫਿਰ ਛੇੜੋ ਨਾ, ਤੇ ਜਦੋਂ ਉਹਨੂੰ ਛੇੜੋਗੇ ਨਾ ਦੁਖੀ ਨੂੰ, ਤਾਂ ਉਹ ਤਾਂ ਫਿਰ ਰਗਾਂ 'ਚ ਅੰਗੂਠਾ ਦੇ ਕੇ ਤੇ ਜਾਂ ਹਲਕ 'ਚ ਹੱਥ ਪਾ ਕੇ ਅੰਦਰੋਂ ਹੀ ਨਾੜਾ ਬਾਹਰ ਖਿੱਚ ਲਿਆਊਗਾ। ਕਿਸਾਨ ਤੇ ਪਹਿਲਾਂ ਦੁਖੀ, ਅਸੀਂ ਤੇ ਪਹਿਲਾਂ ਦੁਖੀ ਬੈਠੇ ਆ। ਤੁਸੀਂ ਕੱਲ ਉੱਥੇ ਗੋਲੀਆਂ ਚਲਾ ਕੇ ਬੰਦੇ ਸਾਡੇ ਸ਼ਹੀਦ ਕਰਤੇ, ਔਰ ਉੱਤੋਂ ਪ੍ਰਚਾਰ ਕਰ ਰਹੇ ਹੋ ਕਿ ਇਹ ਅੱਤਵਾਦੀ ਸੀਗੇ ਜੀ, ਆ ਗਏ ਇਹਦੇ ਫਲਾਣਾ, ਇਹਦੇ ਪੁਲਿਸ ਨੂੰ ਪੈ ਗਏ। ਬੰਦੇ ਸਾਡੇ ਮਰੇ ਹੋਣ, ਜੇ ਅਸੀਂ ਪਏ ਹੋਈਏ ਤੇ ਫਿਰ ਪੁਲਿਸ ਮਰੀ ਹੁੰਦੀ ਕਿ ਅਸੀਂ ਮਰੇ ਹੁੰਦੇ? ਕੱਲ ਪੁਲਿਸ ਨੇ ਵੀ ਬਿਆਨ ਦਿੱਤਾ, ਕਹਿੰਦੇ ਸਾਡੀ ਪ੍ਰਾਪਰਟੀ ਨੂੰ ਤੇ ਸਾਡੇ ਮੁਲਾਜ਼ਮਾਂ ਨੂੰ ਬਹੁਤ ਸਾਰਾ ਜ਼ਖਮੀ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਜੀ। ਕੌਣ ਕਹਿੰਦਾ ਹੈ? ਦਿੱਲੀ ਦੇ ਪੁਲਿਸ ਕਮਿਸ਼ਨਰ ਪਾਕ ਸਾਹਿਬ ਨੇ। ਪੁਲਿਸ ਨੇ ਜੋ ਕੁਝ 80 ਦੇ ਦਹਾਕਿਆਂ 90 ਦੇ ਦਹਾਕਿਆਂ 'ਚ ਪੰਜਾਬ ਦੇ ਵਿੱਚ, ਪੰਜਾਬ ਤੋਂ ਨੇੜੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹੈ, ਪੰਜਾਬ ਸਿੱਖਾਂ ਨਾਲ ਨਹੀਂ, ਇਕੱਲਿਆਂ ਨਾਲ, ਜਿਹੜੇ ਬੰਦੇ ਆਪਣੇ ਕੈਟ ਫਿੱਟ ਕਰਾ ਕੇ ਹਿੰਦੂਆਂ ਦੇ ਪਰਿਵਾਰਾਂ ਨਾਲ ਵੀ ਕੀਤਾ ਕਿ ਹਵਾ ਸਿੱਖਾਂ ਦੇ ਖਿਲਾਫ ਖੜੀ ਕੀਤੀ ਜਾਵੇ। ਪੁਲਿਸ ਦਾ ਕੈਰੈਕਟਰ ਕੀ ਹੈ? ਮੈਨੂੰ ਤੇ ਉਹਦੇ ਬਾਰੇ ਕੋਈ ਭੁਲੇਖਾ ਨਹੀਂ, ਤੁਹਾਨੂੰ ਕੀ ਭੁਲੇਖਾ ਹੈ ਦੱਸ ਦਿਓ। ਪੁਲਿਸ ਕਮਿਸ਼ਨਰ ਆ, ਕਿਤੇ ਉੱਥੋਂ ਅਸਮਾਨੋਂ ਤੇ ਨਹੀਂ ਉਤਰਿਆ ਕਿ ਕਿਤੇ ਬਹੁਤ ਵੱਡੀ ਸ਼ਕਤੀ ਆ ਕਿ ਜੋ ਉਹਨੇ ਕਹਿ ਦਿੱਤਾ ਤੇ ਮਤਲਬ ਕੀ ਹੋ ਗਿਆ? ਤੁਰਕੀ ਬਾਣੀ ਤੇ ਨਹੀਂ ਗਈ। ਬਿਲਕੁਲ। ਕਿਵੇਂ ਦੇਖਦੇ ਹੋ ਹੁਣ ਕਿੱਧਰ ਨੂੰ ਜਾਊ ਅੰਦੋਲਨ? ਕੀ ਰਿਜ਼ਲਟ ਆ ਸਕਦੇ? Need not to worry about their statements. It's been a long time they haven't. ਨਹੀਂ, ਅਮਰਤ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਆਪਸ ਦੇ ਵਿੱਚ ਲੜਨ ਦੀ ਬਜਾਏ, ਠੀਕ ਹੈ ਕੱਲ੍ਹ ਘਟਨਾਵਾਂ ਹੋ ਗਈਆਂ, ਉਸ ਘਟਨਾਵਾਂ ਨੂੰ ਭੁਲਾ ਕੇ ਇਕਜੁੱਟ ਹੋ ਕੇ ਅੱਗੇ ਵਧਣ ਦੀ ਜੇਕਰ ਅਸੀਂ ਕੋਸ਼ਿਸ਼ ਕਰੀਏ, ਕਿਉਂਕਿ ਲੜਾਈ ਸਾਡੀ ਆਪਸ ਦੇ ਵਿੱਚ ਨਹੀਂ ਗੀ, ਲੜਾਈ ਸਾਡੀ ਝੰਡੇ ਲਹਿਰਾਉਣ ਦੀ ਨਹੀਂ ਗੀ, ਲੜਾਈ ਸਾਡੀ ਜ਼ਮੀਨਾਂ ਬਚਾਉਣ ਦੀ ਹੈ, ਜਵਾਨੀ ਬਚਾਉਣ ਦੀ ਹੈ, ਪੰਜਾਬ ਬਚਾਉਣ ਦੀ ਹੈ। ਲੜਾਈ ਸਾਡੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ। ਕੀ ਲੱਗਦਾ ਨਹੀਂ ਕਿ ਆਪਸੀ ਸਾਰੇ ਗਿਲੇ ਸ਼ਿਕਵੇ ਸਾਰਿਆਂ ਨੂੰ ਇਹਨਾਂ ਨੂੰ ਭੁਲਾ ਕੇ, ਆਪਸ ਜਿਹੜੀਆਂ ਚੌਧਰ ਦੀਆਂ ਲੜਾਈਆਂ ਨੇ ਉਹਨਾਂ ਨੂੰ ਛੱਡ ਕੇ ਇਕੱਠੇ ਹੋ ਕੇ ਲੜਨਾ ਚਾਹੀਦਾ? ਜਿਸ ਤਰੀਕੇ ਦੇ ਕੱਲ੍ਹ ਤਮਾਸ਼ੇ ਹੋਇਆ, ਹਾਲਾਂਕਿ ਇਹ ਗੱਲਾਂ ਨੂੰ ਛੱਡ ਦਈਏ, ਚਾਹੇ ਚੰਗਾ ਹੋਇਆ ਝੰਡਾ ਲਹਿਰਾਉਣਾ, ਚਾਹੇ ਮਾੜਾ ਹੋਇਆ, ਚਾਹੇ ਲੋਕ ਆਲੋਚਕ ਨੇ, ਚਾਹੇ ਉਹ ਤਾਰੀਫ ਕਰਦੇ ਨੇ, ਇਹਨਾਂ ਗੱਲਾਂ ਨੂੰ ਜੇਕਰ ਛੱਡ ਕੇ ਅਸੀਂ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਲੜੀਏ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੜੀਏ, ਤਾਂ ਇਹ ਚੰਗਾ ਨਹੀਂ ਹੈ? ਬਿਲਕੁਲ ਇਦਾਂ ਹੀ ਚਾਹੀਦਾ, ਬਟ ਇਹ ਹੈ ਕਿ ਜਿਹੜੀ ਸਟੇਜ ਵੱਖਰੀ ਬਾਗੀ ਹੋ ਕੇ ਵੀ ਲੱਗ ਗਈ, ਕੁਛ ਮਾਝੇ ਵਾਲੇ ਬੰਦਿਆਂ ਨੇ ਬਾਗੀ ਹੋ ਕੇ ਲਾਤੀ ਕਿਸਾਨ ਮੋਰਚੇ ਵਾਲਿਆਂ ਤੋਂ, ਇਸ ਲੀਡਰਸ਼ਿਪ ਤੋਂ, ਉਸ ਸਟੇਜ ਤੋਂ ਇਹ ਗੱਲਾਂ ਪਿਛਲੇ 10-12 ਰੋਜ਼ ਤੋਂ ਲਗਾਤਾਰ ਹੋ ਰਹੀਆਂ ਕਿ ਆਪਸੀ ਚੀਜ਼ਾਂ ਵਟਾ ਕੇ ਇਕੱਠੇ ਹੋਈਏ। ਇਹ ਚੀਜ਼ਾਂ ਕਿਸਾਨ ਆਗੂਆਂ ਨੂੰ ਵੀ ਸਮਝਣੀਆਂ ਪੈਣਗੀਆਂ। ਅਸੀਂ ਤੇ ਬਿਲਕੁਲ ਚਾਹੁੰਦੇ ਹਾਂ ਕਿ ਇਕੱਠੇ ਇੱਕ ਫਰੰਟ ਤੇ ਲੜਿਆ ਜਾਵੇ, ਬਟ ਜਿਹੜਾ ਨਾ ਸਿਆਣਾ, ਆਪਾਂ ਕਹਿ ਦਿੰਦੇ ਹਾਂ ਵੀ ਆ ਸਿਆਣੇ ਨੂੰ ਕਿਹਨੂੰ ਪੁੱਛ ਲਓ, ਇਕੱਲੀ ਕੇਵਲ ਚਿੱਟੀ ਦਾੜੀ ਦਾ ਰੰਗ ਵੀ ਇੱਕ ਸਿਆਣਾ ਨਹੀਂ ਕਹਿ ਸਕਦਾ, ਮਾਨਸਿਕਤਾ ਵੀ ਉਹਦੀ ਸਿਆਣੀ ਹੋਣੀ ਚਾਹੀਦੀ ਆ। ਜੇ
ਦੇਖੋ ਇਸ ਗੱਲ ਤੋਂ ਤਾਂ ਮੁਨੱਕਰ ਨਹੀਂ ਹੋਇਆ ਜਾ ਸਕਦਾ ਕਿ ਜਿਹੜੀ ਸਾਰੀ ਇੱਧਰ ਲੀਡਰਸ਼ਿਪ ਹੈ ਨਾ ਕਿਸਾਨੀ ਵਾਲੀ, ਜਿਹੜਾ ਸਿਸਟਮ ਇਹਨਾਂ ਨੇ ਪਿੰਡ ਲੈਵਲ ਤੋਂ ਖੜਾ ਕਰਕੇ ਲਿਆਂਦਾ, ਸੰਘਰਸ਼ ਨੂੰ ਖੜਾ ਕਰਨ ਦੇ ਵਿੱਚ ਰੋਲ ਤਾਂ ਇਹਨਾਂ ਦਾ ਬਹੁਤ ਸਟਰੋਂਗ ਰਿਹਾ ਹੈ। ਕੋਈ 40 ਸਾਲਾਂ ਤੋਂ, ਪਿਛਲੇ ਤੋਂ ਕਹਿੰਦੇ ਚਾਰ ਦਹਾਕਿਆਂ ਤੋਂ ਜਿਹੜਾ ਚੱਲ ਰਿਹਾ ਹੈ ਕੰਮ। ਦੇਖੋ ਚਲੋ ਹੁਣ ਇੱਥੇ ਮੈਂ ਇਸ ਗੱਲ ਨਾਲ ਸਹਿਮਤ, 40 ਸਾਲਾਂ ਤੋਂ ਮੇਰੀ ਹੋਵੇ ਜਿੰਨੀ ਵੀ ਉਮਰ, ਮੈਂ ਕਹਾਂ ਜੀ ਮੇਰੇ ਕੋਲ ਫਲਾਣੀ ਗੱਲ ਦਾ 15 ਸਾਲ ਦਾ ਤਜਰਬਾ ਵਾ, ਤੇ ਕੋਈ 2-3 ਸਾਲ ਪਹਿਲਾਂ ਉੱਠਿਆ ਕੋਈ ਮੇਰੇ ਤੋਂ ਛੋਟਾ, ਉਹ ਕੋਈ ਬਹੁਤ ਹੀ ਵਧੀਆ ਚੀਜ਼ ਲਿਆ ਕੇ ਸਲਾਹ ਮੇਰੇ ਤੋਂ ਲਿਆ ਕੇ ਦੇ ਸਕਦਾ, ਕੋਈ ਹੋਰ ਗੱਲ ਨਹੀਂ। ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਬੇਸ਼ੱਕ। ਬਟ ਮੈਂ ਕਹਿਣਾ ਕਿ ਜਿਹੜਾ ਇੱਕ ਜੇ ਆਪਾਂ ਕਹਿੰਦੇ ਆ ਵੀ ਹਾਂ ਵੀ ਫਲਾਣਾ ਸਿਆਣਾ, ਤੇ ਉਹਨੂੰ ਸਿਆਣਪ ਨਾਲ ਵਿਚਰਨਾ, ਉਹਨੂੰ ਉਸ ਹਿਸਾਬ ਨਾਲ ਚੱਲਣਾ ਹੀ ਪਏਗਾ। ਹੁਣ ਜਦੋਂ ਆਪਾਂ ਇਹਨਾਂ ਦਾ ਯੋਗਦਾਨ ਜ਼ਰੂਰ ਰਿਹਾ ਇਸ ਸੰਘਰਸ਼ ਨੂੰ ਖੜੇ ਕਰਨ ਦੇ ਵਿੱਚ, ਬਟ ਇਹਨੂੰ ਪਰਸਨਲਾਈਜੇਸ਼ਨ ਨਾ, ਆਪਣੇ ਵਾਸਤੇ ਨਾ ਵਰਤਣ ਦੀ ਕੋਸ਼ਿਸ਼ ਕਰਨ ਵੀ ਇਹਦਾ ਮੁੱਲ ਵੱਟ ਲਈਏ, ਇਹਦਾ ਮੁੱਲ ਵੱਟ ਲਈਏ। ਨਹੀਂ, ਲੌਂਗੋਵਾਲ ਨੇ ਮੁੱਲ ਵੱਟਿਆ ਸੀ, ਰਾਜੀਵ ਲੌਂਗੋਵਾਲ ਸਮਝੌਤਾ SYL ਦਾ, ਤੇ ਕਿੱਥੇ ਫਿਰ ਗਿਆਨ ਸਿੰਘ ਲੀਲਵਾਲ ਨੇ ਵਿਦਿਨ ਡੇਜ਼ ਤੁੰਨ ਕੇ ਰੱਖਤਾ ਸੀ। ਤੇ ਜਿਹੜਾ ਹੁਣ ਕਿਤੇ ਭੱਜੂਗਾ, ਹੋਣਾ ਉਹਦੇ ਨਾਲ ਵੀ ਇੰਨਾ ਹੀ, ਗੋਲੀ ਨਹੀਂ ਚਲਾਉਣ ਦੀ ਲੋੜ ਪੈਣੀ, ਜਿੰਨਾ ਇਕੱਠ ਆ ਨਾ ਇੱਥੋਂ ਵਾਪਸ ਤੁਰਨ ਦਿੱਲੀ ਵੱਲ ਨੂੰ ਗਦਾਰੀ ਕਰਕੇ, ਤੇ ਨੌਜਵਾਨ ਜਿੰਨੇ ਖਲੋਤੇ ਨੇ ਕਿਤੇ ਪਿਸ਼ਾਬ ਹੀ ਇਹਨਾਂ ਨੂੰ ਕਰਨਾ ਸ਼ੁਰੂ ਹੋ ਗਏ ਨਾ, ਤੇ ਡੁੱਬ ਕੇ ਮਰ ਜਾਣਗੇ, ਗੋਲੀ ਤੇ ਚਲਾਉਣ ਦੀ ਲੋੜ ਹੀ ਨਹੀਂ ਪੈਣੀ ਇਸ ਵਾਰੀ। ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਆ ਕਿ ਇਕੱਠੇ ਹੋਣ ਦੀ ਗੱਲ, ਅਸੀਂ ਬਿਲਕੁਲ ਕਹਿੰਦੇ ਆ ਵੀ ਸਾਰੇ, ਜੇ ਬਾਹਰਲੇ ਮੁਲਕਾਂ ਦੇ ਵਿੱਚ ਇੱਥੋਂ ਇੰਨੀ ਵੇਵ ਉੱਠੀ ਆ, ਇਹ ਇੱਕ ਪਲੇਟਫਾਰਮ ਤੇ ਇਕੱਠਿਆਂ ਹੋ ਕੇ ਸਾਡੇ ਮਨ ਵਟਾਵ ਹੋ ਸਕਦੇ ਨੇ ਕਿਸੇ ਗੱਲ ਤੋਂ। ਸਾਨੂੰ ਇੱਥੇ ਸੰਤਰੇ ਵਾਂਗੂ ਇਕੱਠਿਆਂ ਹੋਣਾ ਪੈਣਾ, ਖਰਬੂਜੇ ਵਾਂਗੂ ਨਹੀਂ ਵੀ ਅੰਦਰੋਂ ਇੱਕ ਤੇ ਬਾਹਰੋਂ ਫਾੜੀਆਂ ਵੱਖੋ ਵੱਖਰੇ। ਖਰਬੂਜੇ ਦੀ ਇੱਕ ਕਿਸਮ ਆਉਂਦੀ ਹੈ ਨਾ, ਬਾਹਰੋਂ ਫਾੜੀਆਂ ਦਿਸਦੀਆਂ, ਉਹ ਚੀਜ਼ ਨਹੀਂ। ਸੰਤਰੇ ਵਾਂਗੂ ਅੰਦਰੋਂ ਜੇ ਵੱਖੋ ਵੱਖਰੇ ਵੀ ਆ, ਕੋਈ ਨਹੀਂ, ਬਾਹਰੋਂ ਇਸ ਵੇਲੇ ਇੱਕ ਆ। ਪੰਜਾਬ ਜਾ ਕੇ ਬਹਿ ਕੇ ਨਿਬੇੜ ਲਾਂਗੇ ਯਾਰ, ਪੈ ਲਵੇ ਤੁਸੀਂ ਹੱਥੀ ਜਿਹੜਾ ਪੈਣਾ ਜੇ, ਜਦੋਂ ਇੱਥੋਂ ਮੋਰਚਾ ਜਿੱਤੇ ਅਜੇ ਤੁਸੀਂ ਨਾਲ ਤੇ ਲੜੋ। ਉਹੀ ਤਾਂ ਗੱਲ ਹੈ, ਬਿਲਕੁਲ। ਜਦੋਂ ਵੋਟਾਂ ਆਉਂਦੀਆਂ ਨੇ, ਸੈਂਟਰ ਸਰਕਾਰ ਨੇ ਇੱਕ ਬੜਾ ਵਧੀਆ ਡਰਾਮਾ ਰਚਿਆ ਹੋਇਆ ਵਾ, ਵੋਟਾਂ ਦੇ ਨੇੜੇ ਜਾ ਕਹਿਣਾ ਕਿ ਬਾਹਰੀ ਸ਼ਕਤੀਓਂ ਸੇ ਖਤਰਾ ਹੈ, ਚਾਈਨਾ ਸੇ ਖਤਰਾ ਹੈ, ਪਾਕਿਸਤਾਨ ਸੇ ਖਤਰਾ ਹੈ। ਉਹ ਇੱਕ ਸਟ੍ਰੈਟਜੀ ਆ ਕਿ ਲੋਕੀ ਫਟਾਫਟ ਇਕੱਠੇ ਹੋ ਜਾਣ ਕਿ ਸਾਨੂੰ ਬਾਹਰੋਂ ਖਤਰਾ ਵਾ। ਉਹ ਲੋਕ ਵੇਖੋ 1.5 ਅਰਬ ਲੋਕਾਂ ਨੂੰ ਬੇਵਕੂਫ ਬਣਾ ਕੇ ਪਿਛਲੇ 72-73 ਸਾਲਾਂ ਤੋਂ ਚਾਰਨ ਡਏ ਆ, ਬਾਹਰੀ ਤਾਕਤੋਂ ਸੇ ਖਤਰਾ ਹੈ, ਝੂਠ ਬੋਲ ਕੇ। ਖਤਰਾ ਹੁੰਦਾ ਵੀ ਨਹੀਂਗਾ। ਜਿਹੜੇ ਪਾਕਿਸਤਾਨ ਵਾਲੇ ਸਾਡੇ ਵੀਰ ਇੱਥੇ ਸਾਨੂੰ ਮਿਲਦੇ ਨੇ 3600 ਰੋਜ਼, ਏਡੇ ਸ਼ਾਂਤ ਬੰਦੇ, ਪ੍ਰੇਮ ਪਿਆਰ ਵਾਲੇ, ਕੋਈ ਖਤਰਾ ਨਹੀਂ, ਨਾ ਸਾਡਾ ਨੁਕਸਾਨ ਕਰਨਾ ਚਾਹੁੰਦੇ ਨੇ ਬਿਨਾਂ ਗੱਲਾਂ। ਜਦੋਂ ਵਲ ਕੇ ਇਹ ਜਾਣ ਬਿਨਾਂ ਗੱਲੋਂ ਪੱਟਾਂ ਥਾਪੀਆਂ ਮਾਰਦੇ ਆ, ਤੇ ਫਿਰ ਉਹ ਦੱਸਣਗੇ ਅੱਗੋਂ ਕੀ ਗੱਲਬਾਤ ਨਿਬੜਦੀ ਆ। ਬਿਲਕੁਲ। ਸੁਣੋ, ਉਹ ਬੇਵਕੂਫ ਬਣਾ ਕੇ ਵੋਟਾਂ ਲਈ ਜਾਂਦੇ ਨੇ ਪਿਛਲੇ 72-73 ਸਾਲਾਂ ਤੋਂ, ਬਾਹਰੀ ਸ਼ਕਤੀਓਂ ਸੇ ਖਤਰਾ ਹੈ। ਤੇ ਆਪਣੇ ਬੰਦੇ ਹੁਣ ਦਿਸ ਰਿਹਾ ਵੀ ਸੱਚੀ ਖਤਰਾ ਬਾਹਰੋਂ, ਫਿਰ ਵੀ ਇੱਕ ਨਹੀਂ ਹੋਣ ਦੀ ਗੱਲ ਕਰ ਰਹੇ। ਇੱਕ ਧਿਰ ਅੱਗੇ ਵੱਧ ਰਹੀ, ਹੱਥ ਖੜਾ ਕਰਕੇ ਇਦਾਂ ਬੈਠੀ ਆ ਹੱਥ ਮਿਲਾਉਣ ਲਈ, ਦੂਸਰਾ ਬੰਦਾ ਹੱਥ ਹੀ ਨਹੀਂ ਮਿਲਾ ਰਿਹਾ, ਤੇ ਉੱਥੋਂ ਪਤਾ ਨਹੀਂ ਲੱਗਦਾ ਵੀ ਹਉਮੈ ਕਿਹਦੇ ਵਿੱਚ ਆ, ਹੰਕਾਰ ਕਿਹਦੇ ਵਿੱਚ ਆ। ਇਹੀ ਕਾਰਨ ਰਿਹਾ ਕਿ ਪਰਸੋਂ ਤੱਕ ਲੋਕ ਸ਼ਾਂਤ ਰਹੇ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਸਾਨ ਮੋਰਚੇ ਵਾਲਿਆਂ ਨੂੰ, ਲੋਕਾਂ ਨੇ ਬਾਈ ਮਰੋੜ ਕੇ ਪਿਛਲੇ ਪਾਸੇ ਨੂੰ, ਤੇ ਨੋੜ ਕੇ ਤੇ ਭੁਆ ਕੇ ਮੂੰਹ ਥੱਲੇ ਸੁੱਟਿਆ। ਨਹੀਂ ਸੁੱਟਿਆ ਤੇ ਮੈਨੂੰ ਦੱਸ ਦਿਓ, ਸਾਰੀ ਦੁਨੀਆ ਨੇ ਵੀਡੀਓ ਵੇਖੀਆਂ ਨੇ। ਬੰਦੇ ਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ, ਤੇ ਉਹ ਬੰਦੇ ਨੇ ਗਵਾ ਲਈ ਹੈ। ਠੀਕ ਹੈ ਨਾ? ਬਿਲਕੁਲ। ਤਾਂ ਅਮਰ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਾਡੇ ਨਾਲ ਅਮਰਤ ਚੀਮਾ, ਜੋ ਸਾਡੇ ਨਾਲ ਜੁੜੇ ਹੋਏ ਸੀ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ। ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਕਿਸ ਤਰੀਕੇ ਦੇ ਨਾਲ ਸਾਜ਼ਿਸ਼ ਦੇ ਤਹਿਤ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਜਿਹੜੀ ਸਰਕਾਰ ਦੇ ਵੱਲੋਂ ਘੜੀ ਜਾਂਦੀ ਰਹੀ। ਪਰ ਹੁਣ ਇਹ ਵੀ ਗੱਲ ਹੈ ਕਿ ਪੰਜਾਬ ਦੀ ਜਵਾਨੀ ਨੂੰ, ਜਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅੱਜ ਉਹੀ ਜਵਾਨੀ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੀ ਲੜਾਈ ਲੜ ਰਹੀ ਹੈ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।